ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਪੀਟੀ ਵਿਦ ਸਿੱਧੂ। ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਸਪੀਕਿੰਗ ਬਾਰੇ ਡਿਟੇਲ ਦੇ ਵਿੱਚ, ਸਪੀਕਿੰਗ ਦੀਆਂ ਟਿਪਸ ਐਂਡ ਟ੍ਰਿਕਸ ਬਾਰੇ, ਲਾਈਕ ਡਿਸਕ੍ਰਾਈਬ ਇਮੇਜ ਦੀ ਟੈਂਪਲੇਟ ਹੋ ਗਈ, ਰੀਟਨ ਲੈਕਚਰ ਦੀ ਟੈਂਪਲੇਟ ਹੋ ਗਈ, ਰਾਈਟ। ਉਹਦੇ ਬਾਰੇ ਆਪਾਂ ਕੀ ਫਰਦਰ ਡਿਸਕਸ ਕਰਾਂਗੇ ਇਸ ਵੀਡੀਓ 'ਚ, ਰਾਈਟ। ਸਭ ਤੋਂ ਪਹਿਲਾਂ ਕੀ ਹੈ ਸਪੀਕਿੰਗ ਦੇ ਵਿੱਚ, ਕੀ ਆਪਣੀ ਪਰਸਨਲ ਇੰਟਰੋਡਕਸ਼ਨ ਆਉਂਦੀ ਆ। ਸੋ ਤੁਸੀਂ ਕੀ ਆ ਪਰਸਨਲ ਇੰਟਰੋਡਕਸ਼ਨ ਨੂੰ ਕੀ ਆ ਐਗਜ਼ਾਮ ਦੇ ਵਿੱਚ ਕੀ ਆ ਸਕਿਪ ਕਰ ਸਕਦੇ ਹੋ, ਕਿਉਂਕਿ ਇਹਦੇ ਕੋਈ ਤੁਹਾਡੇ ਮਾਰਕਸ ਨਹੀਂ ਮਿਲਣੇ ਹੈਗੇ ਤੁਹਾਨੂੰ ਸਪੀਕਿੰਗ ਦੇ ਵਿੱਚ, ਠੀਕ ਹੈ। ਸੋ ਤੁਸੀਂ ਇਹਨੂੰ ਕੀ ਆ ਸਕਿਪ ਕਰ ਸਕਦੇ ਹੋ, ਇਟਸ ਯੂਅਰ ਵਿਸ਼। ਤੁਸੀਂ ਇਹਨੂੰ ਬੋਲ ਵੀ ਸਕਦੇ ਹੋ ਜਾਂ ਤਾਂ ਇਹਨੂੰ ਸਕਿਪ ਕਰ ਦਿਓ, ਠੀਕ ਹੈ। ਕਈ ਸਟੂਡੈਂਟਸ ਕੀ ਹੁੰਦਾ ਨੇ ਜਦੋਂ ਉਹਨਾਂ ਦੀ ਇੰਟਰੋਡਕਸ਼ਨ ਹੁੰਦੀ ਹੈ, ਲਾਈਕ ਉਹ ਸਮਟਾਈਮ ਕੀ ਨਰਵਸ ਹੋ ਜਾਂਦੇ ਨੇ। ਜਦੋਂ ਉਹ ਨਰਵਸ ਹੋ ਜਾਂਦੇ ਆ, ਠੀਕ ਹੈ, ਨੈਕਸਟ ਰੀਡ ਲਾਊਡ ਆਉਂਦੇ ਆ, ਰੀਡ ਲਾਊਡ 'ਤੇ ਜਦ ਆਉਂਦੇ ਨੇਗੇ, ਠੀਕ ਹੈ, ਪਰ ਉਹਨਾਂ ਦੇ ਰੀਡ ਲਾਊਡ ਵੀ ਕੀ ਹੈ ਖਰਾਬ ਜਾਂਦੇ ਨੇ। ਸੋ ਮੈਂ ਤੁਹਾਨੂੰ ਇਹੀ ਐਡਵਾਈਸ ਕਰੂੰਗੀ, ਪਰਸਨਲ ਇੰਟਰੋਡਕਸ਼ਨ ਕੀ ਹੈ ਤੁਸੀਂ ਸਕਿਪ ਕਰ ਦਿਓ, ਕਿਉਂਕਿ ਇਹਦੇ ਕੋਈ ਮਾਰਕਸ ਤਾਂ ਹੈ ਨਹੀਂਗੇ, ਠੀਕ ਹੈ। ਤੁਹਾਡੇ ਸਪੀਕਿੰਗ ਵਿੱਚ ਇਹਦੇ ਮਾਰਕਸ ਕੋਈ ਇਨਕਲੂਡ ਨਹੀਂ ਹੋਣੇ, 0 ਮਾਰਕਸ ਦੇ ਨੇ। ਸੋ ਇਹਨੂੰ ਕੀ ਆ ਅਵੋਇਡ ਕਰਿਓ, ਠੀਕ ਹੈ। ਫਿਰ ਤੁਹਾਡਾ ਆਉਂਦਾ ਸਭ ਤੋਂ ਪਹਿਲਾਂ ਆਉਂਦੇ ਆ ਰੀਡ ਲਾਊਡ, ਠੀਕ ਹੈ। ਰੀਡ ਲਾਊਡ ਕੀ ਆ ਮੋਸਟ ਇੰਪੋਰਟੈਂਟ ਪਾਰਟ ਹੈਗਾ ਨੇ ਸਪੀਕਿੰਗ ਦੇ, ਠੀਕ ਹੈ। 30 to 32 ਮਾਰਕਸ ਤੁਹਾਡੇ ਕੀ ਆ ਇਹਦੇ ਵਿੱਚ ਕੀ ਆ ਸਪੀਕਿੰਗ ਦੇ ਵਿੱਚ ਕੀ ਆ ਇਨਕਲੂਡ ਹੁੰਦੇ ਨੇ। ਰੀਡ ਲਾਊਡ ਤੁਹਾਡੇ ਮਾਰਕਸ ਕੀ ਆ ਇਹਦੇ ਕੀ ਆ ਰੀਡਿੰਗ ਦੇ ਵਿੱਚ ਵੀ ਜਾਂਦੇ ਨੇ, ਰੀਡਿੰਗ ਦੇ ਵਿੱਚ ਵੀ ਕੀ ਆ ਐਡ ਹੁੰਦੇ ਨੇ। ਸੋ ਕੀ ਆ ਮੋਸਟ ਇੰਪੋਰਟੈਂਟ ਹੈਗੇ ਨੇ। ਸੋ ਇਹਨਾਂ ਨੂੰ ਕੀ ਆ ਕੇਅਰਫੁਲ ਕਰਕੇ ਆਉਣਾ ਰੀਡ ਲਾਊਡ, ਠੀਕ ਹੈ। ਐਗਜ਼ਾਮ ਦੇ ਵਿੱਚ ਕੀ ਆ 6 to 7, ਠੀਕ ਹੈ, ਰੀਡ ਲਾਊਡ ਆਉਂਦੇ ਨੇਗੇ, ਠੀਕ ਹੈ। ਤੁਸੀਂ ਕੀ ਆ 1 ਲਾਈਨ ਸਟ੍ਰੈਟੇਜੀ ਵੀ ਯੂਜ਼ ਕਰ ਸਕਦੇ ਹੋ ਰੀਡ ਲਾਊਡ ਦੇ ਵਿੱਚ। ਕਈ ਸਟੂਡੈਂਟਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਲਾਈਕ ਰੀਡ ਲਾਊਡ ਦੇ ਵਿੱਚ ਕੀ ਉਹ ਪੂਰਾ ਹੋਲ ਪੈਰਾਗ੍ਰਾਫ ਨੂੰ ਕੀ ਆ ਨਹੀਂ ਪੜ੍ਹ ਪਾਉਂਦੇ, ਠੀਕ ਹੈ। ਸੋ ਉਹਨਾਂ ਲਈ ਕੀ ਆ 1 ਲਾਈਨ ਸਟ੍ਰੈਟੇਜੀ ਕੀ ਯੂਜ਼ਫੁਲ ਹੈਗੀ ਆ, ਰਾਈਟ। 1 ਲਾਈਨ ਸਟ੍ਰੈਟੇਜੀ ਦੇ ਨਾਲ ਜੇ ਆਪਾਂ 1 ਲਾਈਨ ਨੂੰ 100% ਫਲੂਐਂਟ ਹੋਵੋਗੇ ਤੁਸੀਂ, ਠੀਕ ਹੈ, ਫਿਰ ਤੁਹਾਡੇ ਰੀਡਿੰਗ ਦੇ ਵਿੱਚ ਮਾਰਕਸ ਵੀ ਓਬਵੀਅਸ ਹੋਣਗੇ। ਓਬਵੀਅਸ ਮਾਰਕਸ ਤੁਹਾਡੇ ਰੀਡਿੰਗ ਦੇ ਵਿੱਚ ਵੀ ਇਨਕਲੂਡ ਓਨੇ ਹੀ ਆਉਣਗੇ, ਰਾਈਟ, ਜਿਨੇ ਤੁਸੀਂ ਹੋਲ ਪੈਰਾਗ੍ਰਾਫ ਬੋਲਦੇ ਹੋ, ਠੀਕ ਹੈ। 1 ਲਾਈਨ ਤੁਹਾਡਾ ਬੋਲਣ ਦਾ ਵੇ ਵਧੀਆ ਹੋਣਾ ਚਾਹੀਦਾ, ਠੀਕ ਹੈ। ਜੇ ਤੁਸੀਂ 100% ਫਲੂਐਂਟ ਲਾਈਕ ਹੈਗੇ ਹੋ ਉਹ ਬੋਲਣ ਦੇ ਵਿੱਚ, ਫਿਰ ਤੁਹਾਡੇ ਰੀਡਿੰਗ ਦੇ ਵਿੱਚ ਮਾਰਕਸ ਕੀ ਆ ਇਨਕਲੂਡ ਹੋਣਗੇ। ਜੇ ਤੁਸੀਂ 1 ਲਾਈਨ ਨੂੰ ਵੀ ਕਲੀਅਰ, ਠੀਕ ਹੈ, ਸਟ੍ਰੈਟੇਜੀ ਤੁਹਾਨੂੰ 1 ਲਾਈਨ ਦੀ ਨਹੀਂ ਪਤਾ, ਫਿਰ ਤੁਹਾਡੇ ਰੀਡਿੰਗ ਦੇ ਵਿੱਚ ਮਾਰਕਸ ਕੀ ਆ ਉਨੇ ਹੀ ਆਉਣਗੇ ਜਿੰਨਾ ਤੁਸੀਂ ਪੂਰਾ ਹੋਲ ਪੈਰਾਗ੍ਰਾਫ ਪੜ੍ਹ ਕੇ ਰੀਡਿੰਗ ਵਿੱਚ ਆਉਂਦੇ ਨੇ, ਸੇਮ ਉੱਦਾਂ ਹੀ ਆਉਣਗੇ, ਰਾਈਟ। ਸੋ ਤੁਸੀਂ ਹੋਲ ਪੈਰਾਗ੍ਰਾਫ ਪੜ੍ਹ ਸਕਦੇ ਹੋ, ਠੀਕ ਹੈ। ਹੋਲ ਪੈਰਾਗ੍ਰਾਫ ਦੇ ਵਿੱਚ ਕੀ ਹੈ ਰੀਡ ਲਾਊਡ। ਰੀਡ ਲਾਊਡ ਦਾ ਮੀਨਿੰਗ ਕੀ ਆ, ਤੁਸੀਂ ਕੀ ਆ ਜਿਹੜਾ ਪੈਰਾਗ੍ਰਾਫ ਹੋਊਗਾ ਤੁਹਾਡੇ ਕੋਲ ਸਕਰੀਨ ਤੋਂ ਦੇਖ ਕੇ ਤੁਸੀਂ ਪੜ੍ਹਨਾ, ਉਹਦਾ ਮੀਨਿੰਗ ਕੀ ਹੈ ਤੁਸੀਂ ਉਹਨੂੰ ਕੀ ਆ ਅਲਾਊਡ ਪੜ੍ਹਨਾ, ਠੀਕ ਹੈ, ਉੱਚੀ ਪੜ੍ਹਨਾ। ਜੋ ਪੜ੍ਹਨਾ ਉਹਨੂੰ ਬਿਲਕੁਲ ਕਲੀਅਰ ਪੜ੍ਹਨਾ। ਤੁਹਾਡੀ ਪ੍ਰੋਨਾਊਂਸੀਏਸ਼ਨ ਕੀ ਆ ਜੋ ਕਲੀਅਰ ਹੋਣੀ ਚਾਹੀਦੀ ਹੈ, ਰਾਈਟ। ਤੁਹਾਡੇ ਵਰਡਸ ਕੀ ਆ ਕਲੈਰਿਟੀ ਦੇ ਵਿੱਚ ਆਉਣੇ ਚਾਹੀਦੇ ਨੇ, ਠੀਕ ਹੈ। ਨਾ ਤੁਸੀਂ ਜ਼ਿਆਦਾ ਕੀ ਆ ਸਪੀਡ ਤੁਹਾਡੀ ਜ਼ਿਆਦਾ ਕੀ ਆ ਫਾਸਟ ਹੋਣੀ ਚਾਹੀਦੀ ਆ, ਰਾਈਟ, ਠੀਕ ਹੈ। ਲਾਈਕ ਤੁਹਾਡੀ ਕੀ ਮੋਡਰੇਟ ਸਪੀਡ ਹੋਣੀ ਚਾਹੀਦੀ ਆ। ਮੋਡਰੇਟ ਸਪੀਡ ਦੇ ਵਿੱਚ ਕੀ ਆਪਣੀ ਸਪੀਕਿੰਗ ਕਰੋ ਸਾਰੀ, ਸੇਮ ਸਪੀਡ ਹੋਵੇ ਤੁਹਾਡੀ ਸਾਰੀ ਸਪੀਕਿੰਗ ਦੇ ਵਿੱਚ, ਠੀਕ ਹੈ। ਇੱਦਾਂ ਨਹੀਂ ਹੈਗਾ ਗਾ ਰੀਡ ਲਾਊਡ ਦੇ ਵਿੱਚ ਤੁਸੀਂ ਕੀ ਹੌਲੀ ਬੋਲਦੇ ਹੋ, ਠੀਕ ਹੈ। ਫਿਰ ਡਿਸਕ੍ਰਾਈਬ ਇਮੇਜ ਤੁਹਾਡੀ ਟੈਂਪਲੇਟ ਰੱਟੇ ਲਗਾਈਆਂ ਹੁੰਦੀਆਂ ਨੇ, ਜੋ ਉੱਥੇ ਤੁਸੀਂ ਬਹੁਤ ਜ਼ਿਆਦਾ ਫਾਸਟ ਬੋਲਣ ਲੱਗ ਕੇ ਹੁੰਦੀਆਂ, ਕਿਉਂਕਿ ਰੱਟੇ ਲਗਾਈ ਹੁੰਦੀ ਹੈ ਨਾ, ਉਹ ਕ੍ਰੈਮਿੰਗ ਹੁੰਦੀ ਹੈ ਨਾ, ਉਹ ਫਿਰ ਆਪਾਂ ਓਬਵੀਅਸ ਥੋੜ੍ਹਾ ਜਿਹਾ ਤੇਜ਼ ਬੋਲਦੇ ਹਾਂ, ਠੀਕ ਹੈ। ਸੋ ਸਾਰੀ ਸਪੀਕਿੰਗ ਨੂੰ ਸੇਮ ਲੈਵਲ 'ਤੇ ਕਰਕੇ ਆਓ, ਜਿੱਦਾਂ ਰੀਡ ਲਾਊਡ ਕਰਕੇ ਆਉਂਦੇ ਆ ਸੇਮ ਐਂਡ ਤੱਕ ਆਪਣੀ ਸਪੀਕਿੰਗ ਕੀ ਆ ਸੇਮ ਕਰਕੇ ਆਉਣੀ ਆ, ਐਂਡ ਤੱਕ ਰੀਟਨ ਲੈਕਚਰ ਤੱਕ, ਠੀਕ ਹੈ। ਰੀਡ ਲਾਊਡ ਕੀ ਮੋਸਟ ਇੰਪੋਰਟੈਂਟ ਆ ਆਪਣੇ ਕੌਮਿਆਂ 'ਤੇ, ਠੀਕ ਹੈ। ਕੁਐਸਚਨ ਮਾਰਕਸ ਹੋ ਗਿਆ ਫੁੱਲ ਸਟੋਪ 'ਤੇ, ਉੱਥੇ ਆਪਣਾ ਥੋੜ੍ਹਾ ਜਿਹਾ ਕੇਅਰ ਕਰਨੀ, ਠੀਕ ਹੈ। ਇਹਨਾਂ ਥੋੜ੍ਹਾ ਜਿਹਾ ਫੋਕਸ ਕਰਨਾ ਆਪਾਂ, ਤੁਸੀਂ ਕਿੱਥੇ ਕਿੱਥੇ ਪੌਜ਼ ਲੈਣੇ ਨੇਗੇ। ਜ਼ਿਆਦਾ ਪੌਜ਼ ਨਾ ਲਵੋ, ਕਿਉਂਕਿ ਜਿੰਨੇ ਜ਼ਿਆਦਾ ਆਪਾਂ ਰੀਡ ਲਾਊਡ 'ਚ ਪੌਜ਼ ਲਈ ਜਾਂਦੇ ਹਾਂ ਆਪਣੇ 2 to 3 ਮਾਰਕਸ ਕੀ ਉਨੇ ਘੱਟ ਹੋਈ ਜਾਂਦੇ ਨੇ, ਠੀਕ ਹੈ। ਸੋ ਆਪਣੀ ਵਰਡਸ ਦੀ ਕਲੈਰਿਟੀ ਰੱਖੋ, ਤਾਂ ਹੀ ਕਿ ਰੀਡ ਲਾਊਡ 'ਚ ਮਾਰਕਸ ਜ਼ਿਆਦਾ ਨਹੀਂ ਆਉਂਦੇ। ਜ਼ਿਆਦਾ ਪੌਜ਼ ਆਉਂਦੇ ਨੇਗੇ 2 to 3 ਮਾਰਕਸ ਕੀ ਘੱਟ ਹੋਈ ਜਾਂਦੇ ਨੇਗੇ, ਠੀਕ ਹੈ। ਰੀਡ ਲਾਊਡ ਕੀ ਈਜ਼ੀ ਨੇਗੇ, ਫ੍ਰੀ ਦੇ ਮਾਰਕਸ ਨੇਗੇ, ਬਟ ਤੁਸੀਂ ਇਹਨੂੰ ਕੇਅਰਫੁਲੀ ਕਰਕੇ ਆਓਗੇ, ਸਮਝ ਕੇ ਕਰਕੇ ਆਓਗੇ, ਠੀਕ ਹੈ। ਜੋ ਤੁਹਾਡੀ ਪ੍ਰੋਨਾਊਂਸੀਏਸ਼ਨ ਕਿਸੇ ਵਰਡਸ ਦੀ ਤੁਹਾਨੂੰ ਪ੍ਰੋਨਾਊਂਸੀਏਸ਼ਨ ਨਹੀਂ ਆਉਂਦੀ, ਉਹ ਵਰਡਸ ਨੂੰ ਕੀ ਹੈ ਤੁਸੀਂ ਪਹਿਲਾਂ ਉਹਤੇ ਕੀ ਆ 2-3 ਵਾਰ ਉਹਨੂੰ ਕੀ ਹੈ ਰੀਡ ਕਰੋ ਪਹਿਲਾਂ, ਠੀਕ ਹੈ। ਰੀਡ ਕਰਕੇ ਫਿਰ ਉਹਨੂੰ ਬੋਲੋ, ਠੀਕ ਹੈ। ਕਿਉਂਕਿ ਕੋਈ ਟਾਈਮ ਹੁੰਦਾ ਪ੍ਰੈਪਰੇਸ਼ਨ ਦੇ ਲਈ, ਠੀਕ ਹੈ। ਸੋ ਪ੍ਰੈਪਰੇਸ਼ਨ ਟਾਈਮ ਕੀ ਆ, ਜੋ ਤੁਹਾਨੂੰ ਵਰਡਸ ਕੀ ਆ ਔਖੇ ਲੱਗਦੇ ਨੇਗੇ
ਉਹਨਾਂ ਨੂੰ ਕੀ ਆ ਬੋਲ ਕੇ ਦੇਖੋ 2-2 3-3 ਵਾਰ, ਠੀਕ ਹੈ। ਜੋ ਤੁਹਾਡੇ ਤੁਸੀਂ ਕਿੰਨੇ ਵਰਡ ਸਕਿਪ ਕਰ ਸਕਦੇ ਹੋ ਉਹਦੇ ਵਿੱਚ ਰੀਡ ਅਲਾਊਡ ਦੇ ਵਿੱਚ 2 to 3 ਵਰਡ ਤੁਸੀਂ ਕੀ ਆ ਸਕਿਪ ਕਰ ਸਕਦੇ ਹੋ ਜੋ ਤੁਹਾਨੂੰ ਡਿਫੀਕਲਟ ਲੱਗਦੇ ਨੇ ਪ੍ਰੋਨਾਊਂਸ ਕਰਨ ਦੇ ਵਿੱਚ, ਰਾਈਟ। ਜ਼ਿਆਦਾ ਵਰਡਸ ਨਾ ਸਕਿਪ ਕਰਕੇ ਆਓ, 2 to 3 ਵਰਡਸ ਹੀ ਸਕਿਪ ਕਰਕੇ ਆਓ ਜੋ ਤੁਹਾਨੂੰ ਟਫ ਲੱਗਦੇ ਨੇਗੇ। ਜਿੱਥੇ ਤੁਸੀਂ ਉਹ ਵਰਡ ਸਕਿਪ ਕਰਨਾ ਉੱਥੇ ਪੌਜ਼ ਨਹੀਂ ਲੈਣਾ ਗਾ, ਬਟ ਕੰਪਿਊਟਰ ਨੂੰ ਇੱਦਾਂ ਲੱਗੇ ਵੀ ਤੁਸੀਂ ਉਹਨੂੰ ਨਾ ਪਤਾ ਲੱਗੇ ਤੁਸੀਂ ਵਰਡ ਸਕਿਪ ਕੀਤਾ, ਠੀਕ ਹੈ। ਕੰਟੀਨਿਊ ਚੱਲਣਾ ਆਪਦੇ ਵਿੱਚ, ਠੀਕ ਹੈ। ਸਪੀਕਿੰਗ ਦੇ ਵਿੱਚ ਆਪਣੀ ਫਲੂਐਂਸੀ ਰੱਖਣੀ ਆ, ਫਲੂਐਂਟ ਰਹੋ, ਠੀਕ ਹੈ। ਕਲੈਰਿਟੀ ਰੱਖਿਓ, ਫਿਰ ਤੁਹਾਡੇ ਮਾਰਕਸ ਕੀ ਓਬਵੀਅਸ ਜ਼ਿਆਦਾ ਆਉਣਗੇ, ਠੀਕ ਹੈ। ਨੈਕਸਟ ਹੈਗਾ ਰਿਪੀਟ ਸੈਂਟੈਂਸ। ਰਿਪੀਟ ਸੈਂਟੈਂਸ ਵੀ ਕੀ ਆ ਹੁਣ ਮੋਸਟ ਇੰਪੋਰਟੈਂਟ ਪਾਰਟ ਹੈਗਾ ਸਪੀਕਿੰਗ ਦਾ, ਠੀਕ ਹੈ। ਫੋਰ ਲਿਸਨਿੰਗ ਦੇ ਲਈ ਵੀ ਕੀ ਆ ਇਹ ਇੰਪੋਰਟੈਂਟ ਪਾਰਟ ਆ, ਕਿਉਂਕਿ ਆਪਣੇ 'ਚ ਕੀ ਆ 30 ਮਾਰਕਸ ਕੀ ਆ 32 ਮਾਰਕਸ ਕੀ ਆ ਲਿਸਨਿੰਗ ਦੇ ਵਿੱਚ ਐਡ ਹੁੰਦੇ ਨੇ, ਉਨੇ ਆਪਣੇ ਰਿਪੀਟ ਸੈਂਟੈਂਸ ਦੇ ਵਿੱਚ ਕੀ ਆ ਐਡ ਹੁੰਦੇ ਨੇ। ਸੋ ਕੀ ਆ ਇਹ ਬਹੁਤ ਇੰਪੋਰਟੈਂਟ ਪਾਰਟ ਆ, ਠੀਕ ਹੈ। ਰਿਪੀਟ ਸੈਂਟੈਂਸ 'ਚ ਸਭ ਨੂੰ ਪ੍ਰੋਬਲਮ ਹੁੰਦੀ ਆ, ਠੀਕ ਹੈ, ਕਿਉਂਕਿ ਉਹ ਆਪਾਂ ਕੀ ਆ 100% ਨਹੀਂ ਉਹਨੂੰ ਕੀ ਆ ਆਪਾਂ ਪੂਰਾ ਸੁਣ ਸਕਦੇ ਗੇ, ਠੀਕ ਹੈ। ਜੇ ਕੋਈ ਰਿਪੀਟ ਸੈਂਟੈਂਸ ਤੁਹਾਨੂੰ ਸ਼ਾਰਟ ਆਉਂਦਾ ਲਾਈਕ 7 to 8 ਵਰਡਸ ਵਾਲਾ ਆਉਂਦਾ, ਠੀਕ ਹੈ, ਔਰ 'ਚ ਤੁਸੀਂ ਟਰਾਈ ਕਰੋ ਕਿ 80% ਤੁਸੀਂ ਕੀ ਆ ਰਿਪੀਟ ਕਰੋ ਉਹਨੂੰ। 7 to 8 ਵਰਡਸ ਤਾਂ ਈਜ਼ੀ ਹੁੰਦੇ ਨੇਗੇ ਨਾ, ਸੋ ਉਹਨੂੰ ਟਰਾਈ ਕਰੋ ਕਿ 80% ਕੀ ਆ ਉਹਨੂੰ ਕੰਟੈਂਟ ਨੂੰ ਰਿਪੀਟ ਕਰੋ, ਠੀਕ ਹੈ। ਜੇ ਤੁਹਾਨੂੰ ਕੀ ਆ 10 to 12 ਵਰਡਸ ਦੇ ਆਉਂਦੇ ਨੇ, ਠੀਕ ਹੈ, ਲੌਂਗ ਸੈਂਟੈਂਸ ਹੋ ਗਿਆ, ਠੀਕ ਹੈ। ਲੌਂਗ ਸੈਂਟੈਂਸ ਦੇ ਵਿੱਚ ਤੁਸੀਂ ਟਰਾਈ ਕਰੋ 60 to 70%, 60 to 70% ਨੂੰ ਕੰਟੈਂਟ ਨੂੰ ਕਵਰ ਅਪ ਕਰਨ ਦੇ ਵਿੱਚ, ਠੀਕ ਹੈ। ਲੌਂਗ ਸੈਂਟੈਂਸ 60 to 70% ਕਵਰ ਅਪ ਕਰੋ, ਜੇ ਸ਼ਾਰਟ ਹੋਇਆ 80% ਕਵਰ ਅਪ ਕਰੋ। ਮੋਸਟਲੀ ਸ਼ਾਰਟ ਸੈਂਟੈਂਸ ਦਾ ਸਾਰਾ ਕੀ ਈਜ਼ਲੀ ਸੁਣੀ ਜਾਂਦਾ ਨੇ, ਠੀਕ ਹੈ। ਜਿਹੜੇ ਲੌਂਗ ਸੈਂਟੈਂਸ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਆ, ਬਟ ਉਹਨੂੰ ਟਰਾਈ ਕਰੋ 60 to 70% ਕੀ ਆ ਸੁਣਦੀ। ਜਾਂ ਤਾਂ ਤੁਸੀਂ ਨਾਲ ਦੀ ਨਾਲ ਕਾਪੀ 'ਤੇ ਆਪਣਾ ਨੋਟ ਡਾਊਨ ਕਰ ਸਕਦੇ ਆ, ਤੁਹਾਨੂੰ ਐਗਜ਼ਾਮ ਦੇ ਵਿੱਚ ਨੋਟ ਪੈਡ ਮਿਲੇਗਾ, ਠੀਕ ਹੈ। ਤੁਸੀਂ ਨਾਲ ਦੀ ਨਾਲ ਕੀ ਆ ਜਿਹੜਾ ਬੋਲੂਗਾ ਸਪੀਕਰ ਜੋ ਸੈਂਟੈਂਸ, ਠੀਕ ਹੈ, ਫਸਟ ਹਾਫ ਕੀ ਤੁਸੀਂ ਨਾਲ ਦੀ ਨਾਲ ਕਾਪੀ 'ਤੇ ਨੋਟ ਡਾਊਨ ਕਰ ਲਿਓ। ਇੱਦਾਂ ਵੀ ਈਜ਼ੀ ਰਹਿੰਦਾ ਵਾ। ਜੇ ਤੁਸੀਂ ਆਪਣੇ ਮਾਇੰਡ 'ਚ ਰੱਖ ਸਕਦੇ ਹੋ ਫਿਰ ਤੁਸੀਂ ਮਾਇੰਡ ਦੇ ਵਿੱਚ ਰੱਖ ਕੇ ਫਿਰ ਬਾਹਰ ਵਿੱਚ ਜੋ ਟਾਈਮ ਹੁੰਦਾ ਉਹਦੀ ਕੀ ਆ ਬੋਲ ਦਿਓ, ਠੀਕ ਹੈ। ਆਫਟਰ ਬੀਪ, ਠੀਕ ਆ, ਆਫਟਰ ਬੀਪ 1 ਸੈਕਿੰਡ ਬਾਅਦ ਬੋਲਣਾ, 1-2 ਸੈਕਿੰਡ, ਠੀਕ ਹੈ। ਜਦੋਂ ਬੀਪ ਸਟਾਰਟ ਹੋ ਜਾਂਦੀ ਨਾਲ ਦੀ ਨਾਲ ਹੀ ਨਹੀਂ ਤੁਸੀਂ ਬੋਲਣ ਲੱਗ ਜਾਣਾ, ਜਦੋਂ ਬੀਪ ਸਟਾਰਟ ਹੋ ਗਈ, ਠੀਕ ਆ, ਆਫਟਰ 1 ਸੈਕਿੰਡ ਤੁਸੀਂ ਕੀ ਆ ਆਪਣਾ ਬੋਲਿਓ, ਠੀਕ ਹੈ। ਹੋਰ ਕੀ ਆ ਜਿਹੜੇ ਰਿਪੀਟ ਸੈਂਟੈਂਸ ਨੇ ਇੰਪੋਰਟੈਂਟ ਪਾਰਟ ਆ ਫॉर ਲਿਸਨਿੰਗ ਦੇ ਲਈ ਵੀ, ਠੀਕ ਆ। ਇਹਦੇ ਵਿੱਚ ਕੀ ਹੈ ਤੁਹਾਡੀ ਫਲੂਐਂਸੀ ਐਂਡ ਪ੍ਰੋਨਾਊਂਸੀਏਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਆ, ਠੀਕ ਹੈ। ਤੁਹਾਡੀ 78% ਕੀ ਆ ਫਲੂਐਂਸੀ ਅਤੇ ਪ੍ਰੋਨਾਊਂਸੀਏਸ਼ਨ ਮੈਟਰ ਕਰਦੀ ਹੈ ਸਪੀਕਿੰਗ ਦੇ ਵਿੱਚ ਰਿਪੀਟ ਸੈਂਟੈਂਸ ਦੀ, ਰਾਈਟ। ਸੋ ਕਈ ਸਟੂਡੈਂਟ ਕੀ ਕਰਦੇ ਨੇ ਆਪਣਾ ਕੰਟੈਂਟ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਤੁਸੀਂ ਕੰਟੈਂਟ ਕਵਰ ਕਰਦੇ ਹੋ, ਠੀਕ ਹੈ, ਤੁਹਾਨੂੰ ਐਵੇਂ ਹੁੰਦਾ ਵੀ ਅਸੀਂ ਕੰਟੈਂਟ ਪੂਰਾ ਬੋਲੀਏ, ਜੋ ਉਹਨੇ ਬੋਲਿਆ ਉਹਨੂੰ ਟਰਾਈ ਕਰਦੇ ਰਹੋ, ਠੀਕ ਹੈ। ਤੁਸੀਂ ਉਹ ਕੰਟੈਂਟ ਟਰਾਈ ਕਰਨ ਦੇ ਚੱਕਰ ਦੇ ਵਿੱਚ ਕੀ ਹੈ ਤੁਹਾਡੀ ਫਲੂਐਂਸੀ ਵੀ ਖਰਾਬ ਹੁੰਦੀ ਆ, ਪ੍ਰੋਨਾਊਂਸੀਏਸ਼ਨ ਵੀ ਖਰਾਬ ਹੁੰਦੀ ਆ। ਜੇ ਤੁਸੀਂ ਉਹ ਕੰਟੈਂਟ ਕਵਰ ਕਰਦੇ ਹੋ, ਟਰਾਈ ਕਰਦੇ ਹੋ ਕਈ 90% ਕਵਰ ਹੋ ਜਾਏ, 100% ਕਵਰ ਹੋ ਜਾਏ, ਪਰ ਤੁਸੀਂ ਇਹ ਨਹੀਂ ਧਿਆਨ ਰੱਖਦੇ ਤੁਸੀਂ ਕੀ ਪੌਜ਼ ਵੀ ਬਹੁਤ ਲੈ ਰਹੇ ਹੁੰਦੇ ਹੋ, ਠੀਕ ਹੈ। ਜਿੰਨੇ ਤੁਸੀਂ ਪੌਜ਼ ਲੈ ਰਹੇ ਹੁੰਦੇ ਨੇ ਤੁਹਾਡੀ ਫਲੂਐਂਸੀ ਵੀ ਖਰਾਬ ਹੋ ਜਾਂਦੀ ਆ, ਠੀਕ ਹੈ। ਫੰਬਲਿੰਗ ਹੋਣ ਲੱਗ ਜਾਂਦੀ ਆ, ਪ੍ਰੋਨਾਊਂਸੀਏਸ਼ਨ ਵੀ ਖਰਾਬ ਹੋ ਜਾਂਦੀ ਆ, ਇਕੱਲੇ ਕੰਟੈਂਟ ਦੇ ਵਿੱਚੋਂ ਮਾਰਕਸ ਰਹਿ ਜਾਣਗੇ, ਠੀਕ ਹੈ, ਉਹ ਕਲੈਰਿਟੀ 'ਚ ਨਹੀਂ ਆਉਣਗੇ, ਪ੍ਰੋਨਾਊਂਸੀਏਸ਼ਨ ਵੀ ਖਰਾਬ ਹੋ ਗਈ। ਸੋ ਕੀ ਆ ਤਾਂ ਹੀ ਕਹਿੰਦੇ ਨੇਗੇ 60 to 70% ਜੇ ਤੁਸੀਂ ਕੰਟੈਂਟ ਆਪਣਾ, ਠੀਕ ਆ, ਰਿਪੀਟ ਕਰਦੇ ਹੋ ਬਟ ਉਹਨੂੰ ਪੂਰਾ 100% ਫਲੂਐਂਟ ਹੋਵੋਗੇ, ਠੀਕ ਹੈ, 100% ਫਲੂਐਂਟ ਹੋਵੋਗੇ, ਆਪਣੀ ਕਲੈਰਿਟੀ ਵੀ 100% ਵਰਡਸ ਦੀ ਰੱਖੋਗੇ ਤਾਂ ਓਬਵੀਅਸ ਤੁਹਾਡੇ ਕੀ ਆ 78% ਤੱਕ ਮਾਰਕਸ ਕੀ ਆ ਤੁਹਾਡੇ ਰਿਪੀਟ ਸੈਂਟੈਂਸ ਦੇ ਵਿੱਚੋਂ ਆਉਣਗੇ, ਠੀਕ ਹੈ। ਸੋ ਰਿਪੀਟ ਸੈਂਟੈਂਸ ਨੂੰ ਪੂਰਾ ਫਲੂਐਂਟ ਬੋਲਣ, ਜੋ ਤੁਸੀਂ ਬੋਲਣਾ ਉਹਨੂੰ ਪੂਰਾ ਫਲੂਐਂਟ ਬੋਲੋ ਐਂਡ ਕਲੀਅਰ ਬੋਲੋ। ਇੱਦਾਂ ਨਹੀਂ ਹੈਗਾ ਜੋ ਤੁਹਾਨੂੰ ਸੁਣ ਗਿਆ ਉਹਨੂੰ ਰੁਕ ਕੇ ਨਾ ਬੋਲੋ, ਪੌਜ਼ ਲੈ ਕੇ ਨਾ ਬੋਲੋ। ਸੋ ਉਹਨੂੰ ਪੂਰਾ ਟਰਾਈ ਕਰੋ ਪੂਰਾ ਫਲੂਐਂਟ ਹੋਣ ਦੀ, 100% ਫਲੂਐਂਟ ਬੋਲੋਗੇ ਤੁਹਾਡੀ ਫਲੂਐਂਸੀ ਅਤੇ ਪ੍ਰੋਨਾਊਂਸੀਏਸ਼ਨ ਦੇ ਵਿੱਚੋਂ 78% ਤੁਹਾਨੂੰ ਮਾਰਕਸ ਮਿਲਣਗੇ ਰਿਪੀਟ ਸੈਂਟੈਂਸ ਦੇ ਵਿੱਚੋਂ, ਰਾਈਟ। ਸੋ ਇਹ ਬਹੁਤ ਮੈਟਰ ਕਰਦੀ ਹੈ ਫਲੂਐਂਸੀ ਅਤੇ ਪ੍ਰੋਨਾਊਂਸੀਏਸ਼ਨ, ਠੀਕ ਹੈ। ਤੁਸੀਂ ਇਹਨਾਂ ਨੂੰ ਕੀ ਹੈ ਪ੍ਰੈਕਟਿਸ ਕਰ ਸਕਦੇ ਹੋ, ਕਿਹੜੀ ਜੋ ਐਪ ਜੋ ਨਹੀਂ ਪ੍ਰੈਕਟਿਸ ਜਿਹੜੀ ਐਪ ਜੋ ਨਹੀਂ ਆ
ਵੈਬਸਾਈਟ ਹੈਗੀ ਆ ਇਹ, ਠੀਕ ਹੈ। ਤੁਸੀਂ ਇਹ 'ਤੇ ਜਾ ਕੇ ਕੀ ਆਪਣੀ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ ਇੱਦਾਂ ਪ੍ਰੈਕਟਿਸ ਕਰਕੇ ਦੇਖਿਓ ਤੁਹਾਡੇ ਮਾਰਕਸ ਕਿੰਨੇ ਆਉਂਦੇ ਆ। ਤੁਹਾਡੀ ਫਲੂਐਂਸੀ ਆਪਣੀ ਵਧੀਆ ਰੱਖਿਓ, ਪ੍ਰੋਨਾਊਂਸੀਏਸ਼ਨ ਵਧੀਆ ਰੱਖਿਓ, ਠੀਕ ਹੈ। ਫਿਰ ਤੁਸੀਂ ਚੈੱਕ ਕਰਨਾ ਕਿ ਇਸ ਮੈਥਡ ਦੇ ਨਾਲ ਤੁਹਾਡੇ ਮਾਰਕਸ ਕਿੰਨੇ ਆ ਰਹੇ ਨੇ, ਰਾਈਟ। ਸੋ ਸਾਰਾ ਕੰਟੈਂਟ ਕਵਰ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਜੇ ਤੁਸੀਂ ਸਾਰਾ ਕੰਟੈਂਟ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੀ ਫਲੂਐਂਸੀ ਅਤੇ ਪ੍ਰੋਨਾਊਂਸੀਏਸ਼ਨ ਖਰਾਬ ਹੁੰਦੀ ਆ, ਤੁਹਾਡੇ ਮਾਰਕਸ ਵੀ ਖਰਾਬ ਹੋਣਗੇ ਓਬਵੀਅਸ, ਰਾਈਟ। ਸੋ ਇਹਨੂੰ ਜੋ ਬੋਲਣਾ, ਜੇ ਤੁਸੀਂ ਆਪਣੇ ਕੋਲ ਵੀ ਕੁਛ ਵਰਡਸ ਗਲਤ ਵੀ ਬੋਲ ਰਹੇ ਹੋ, ਠੀਕ ਹੈ, ਰਿਪੀਟ ਸੈਂਟੈਂਸ ਦੇ ਵਿੱਚ, ਠੀਕ ਹੈ, ਬਟ ਉਹ ਪੂਰਾ ਕੌਨਫੀਡੈਂਸ ਦੇ ਨਾਲ ਬੋਲੋ, ਕਲੀਅਰ ਬੋਲੋ, ਠੀਕ ਹੈ। ਕੰਪਿਊਟਰ ਨੂੰ ਐਵੇਂ ਲੱਗੇ ਤੁਸੀਂ ਪੂਰਾ ਵਧੀਆ ਬੋਲ ਰਹੇ ਹੋ, ਠੀਕ ਹੈ, ਠੀਕ ਬੋਲ ਰਹੇ ਹੋ, ਤੁਹਾਡੀ ਫਲੂਐਂਸੀ ਪੂਰੀ ਵਧੀਆ ਹੋਵੇ, ਤੁਹਾਡੇ 'ਚ ਕੌਨਫੀਡੈਂਸ ਹੋਵੇ, ਠੀਕ ਹੈ। ਆਪਣਾ ਕੌਨਫੀਡੈਂਸ ਲੂਜ਼ ਨਹੀਂ ਕਰਨਾ, ਨਾ ਨਰਵਸ ਹੋਣਾ ਵਾ, ਰਾਈਟ। ਸੋ ਤੁਸੀਂ ਕੀ ਆ, ਆਪਣੀ ਫਲੂਐਂਸੀ 'ਤੇ ਮੇਨ ਫੋਕਸ ਕਰਨਾ ਅਤੇ ਪ੍ਰੋਨਾਊਂਸੀਏਸ਼ਨ 'ਤੇ ਫੋਕਸ ਕਰਨਾ। ਰਿਪੀਟ ਸੈਂਟੈਂਸ ਦੇ ਵਿੱਚ ਤੁਹਾਡੇ ਮਾਰਕਸ ਓਬਵੀਅਸ ਜ਼ਿਆਦਾ ਆਉਣਗੇ, ਠੀਕ ਹੈ। ਨੈਕਸਟ ਹੈਗਾ, ਇਸ ਤੋਂ ਬਾਅਦ ਆਉਂਦੀ ਹੈ ਡਿਸਕ੍ਰਾਈਬ ਇਮੇਜ। ਡਿਸਕ੍ਰਾਈਬ ਇਮੇਜ, ਹੁਣ ਐਗਜ਼ਾਮ ਦੇ ਵਿੱਚ ਕੀ ਹੈ, ਡਿਸਕ੍ਰਾਈਬ ਇਮੇਜ ਕੀ ਆ, 3 to 4 ਆਉਂਦੀਆਂ ਨੇ, ਠੀਕ ਹੈ, ਨਿਊ ਪੈਟਰਨ ਦੇ ਅਕੋਰਡਿੰਗ 3 to 4, ਰਾਈਟ। ਮੋਸਟ ਆਫ ਸਟੂਡੈਂਟਸ ਦੇ ਕੋਲ ਕੀ ਆ, ਟੈਂਪਲੇਟਸ ਕੀ ਆ ਬਹੁਤ ਜ਼ਿਆਦਾ ਹੀ ਹੁੰਦੀਆਂ ਨੇ, ਉਹ ਗੈਦਰ ਕਰ ਲੈਂਦੇ ਨੇ, ਠੀਕ ਹੈ, ਅਲੱਗ-ਅਲੱਗ YouTube ਚੈਨਲਸ ਤੋਂ, ਆਪਣੇ ਫਰੈਂਡਸ ਤੋਂ, ਠੀਕ ਹੈ। ਇਮੇਜ ਦੇ ਵਿੱਚ ਟੈਂਪਲੇਟਸ ਤਾਂ ਉਹਨਾਂ ਕੋਲ ਤੁਹਾਡੇ ਕੋਲ ਹੁੰਦੀਆਂ ਨੇ, ਬਟ ਤੁਹਾਨੂੰ ਕੀ ਆ ਉਹਦਾ ਬੋਲਣ ਦਾ ਵੇ ਵੀ ਪਤਾ ਹੋਣਾ ਚਾਹੀਦਾ, ਰਾਈਟ। ਵੀ ਉਹਨੂੰ ਟੈਂਪਲੇਟ ਨੂੰ ਕਿੱਦਾਂ ਬੋਲਣਾ ਵਾ, ਇਕੱਲੇ ਟੈਂਪਲੇਟ ਇਕੱਠੀਆਂ ਕਰਨ ਦੇ ਨਾਲ ਕੁਛ ਵੀ ਨਹੀਂ ਹੋਣ ਲੱਗਾ ਗਾ, ਰਾਈਟ। ਤੁਹਾਨੂੰ ਗਾਈਡੈਂਸ ਚਾਹੀਦੀ ਆ, ਤੁਸੀਂ ਕਿੱਦਾਂ ਉਹ ਟੈਂਪਲੇਟ ਯੂਜ਼ ਕਰਨੀ ਆ। ਜੇ ਤੁਹਾਨੂੰ ਪਤਾ ਹੋਊਗਾ, ਠੀਕ ਆ, ਟੈਂਪਲੇਟ ਯੂਜ਼ ਕਰਨ ਦਾ, ਫਿਰ ਹੀ ਉਹ ਕੀ ਆ ਮੈਟਰ ਕਰਦੀ ਹੈ, ਫਿਰ ਹੀ ਤੁਹਾਡੇ ਮਾਰਕਸ ਕੀ ਆ ਐਗਜ਼ਾਮ ਦੇ ਵਿੱਚ ਆਉਣਗੇ, ਅਦਰਵਾਈਜ਼ ਨਹੀਂ ਆਉਣਗੇ, ਠੀਕ ਆ। ਕਈ ਸਟੂਡੈਂਟਸ ਮੋਸਟ ਆਫ ਕੀ ਕਹਿੰਦੇ ਨੇਗੇ, ਸਾਡੀ ਆਹ ਟੈਂਪਲੇਟ ਦੱਸੋ, ਇਹਦੇ ਵਿੱਚ ਮਾਰਕਸ ਕੀ ਆ ਇਸ ਨਾਲ ਜ਼ਿਆਦਾ ਆਉਣਗੇ, ਠੀਕ ਆ। ਇਸ ਟੈਂਪਲੇਟ ਯੂਜ਼ ਕਰਨਾ ਮਾਰਕਸ ਕੀ ਘੱਟ ਆਉਣਗੇ, ਕਿਹੜੇ ਟੈਂਪਲੇਟ ਯੂਜ਼ ਕਰੀਏ ਜਿਹਦੇ ਨਾਲ ਸਾਡੇ ਮਾਰਕਸ ਕੀ ਆ ਜ਼ਿਆਦਾ ਆਉਣ, ਠੀਕ ਹੈ। ਐਵੇਂ ਦਾ ਕੁਛ ਵੀ ਨਹੀਂ ਹੈਗਾ, ਜੋ ਕੁਛ ਯੂਜ਼ ਕਰਨਾ ਕੁਛ ਵੀ ਯੂਜ਼ ਕਰੋ, ਬਟ ਤੁਸੀਂ 100% ਫਲੂਐਂਟ ਹੋਣੇ ਚਾਹੀਦੇ ਹੋ, ਠੀਕ ਹੈ। ਤੁਹਾਡੀ ਵਰਡਸ ਦੀ ਕਲੈਰਿਟੀ ਹੋਣੀ ਚਾਹੀਦੀ ਆ, ਤੁਹਾਡੀ ਫਲੂਐਂਸੀ ਬਹੁਤ ਮੈਟਰ ਕਰਦੀ ਆ, ਠੀਕ ਹੈ। ਜੇ ਤੁਹਾਨੂੰ ਉਹ ਟੈਂਪਲੇਟ ਤੁਹਾਡੇ ਕੋਲ ਹੋਈ, ਜੇ ਤੁਸੀਂ ਉਹੀ ਰੁਕ ਕੇ ਬੋਲੀ ਗਏ, ਇੰਨੇ ਜ਼ਿਆਦਾ ਪੌਜ਼ ਲਓਗੇ, ਓਬਵੀਅਸ ਤੁਹਾਡੇ ਮਾਰਕਸ ਤਾਂ ਘੱਟ ਹੀ ਆਉਣਗੇ ਨਾ, ਠੀਕ ਆ। ਟੈਂਪਲੇਟ ਦਾ ਕੋਈ ਕਸੂਰ ਨਹੀਂ ਹੋਊਗਾ ਉਹਦੇ ਵਿੱਚ, ਕਸੂਰ ਹੋਊਗਾ ਤੁਹਾਡਾ, ਰਾਈਟ। ਕਿਉਂਕਿ ਤੁਸੀਂ ਬੋਲ ਹੀ ਰੁਕ ਕੇ ਰਹੇ ਹੋ, ਤੁਸੀਂ ਫਲੂਐਂਟ ਹੀ ਨਹੀਂ ਹੈਗੇ, ਠੀਕ ਹੈ। ਤੁਹਾਡੀ ਵਰਡਸ ਦੀ ਕਲੈਰਿਟੀ ਨਹੀਂ ਆ ਰਹੇਗੀ, ਰਾਈਟ। ਫਿਰ ਤੁਹਾਡੇ ਮਾਰਕਸ ਓਬਵੀਅਸ ਘੱਟ ਹੋਣਗੇ, ਠੀਕ ਹੈ। ਟੈਂਪਲੇਟ ਕੋਈ ਵੀ ਯੂਜ਼ ਕਰੋ, ਲਾਈਕ ਕੀ ਆ, ਟੈਂਪਲੇਟ ਕੋਈ ਵੀ ਯੂਜ਼ ਕਰ ਲਓ, ਬਟ ਤੁਸੀਂ ਕੀ ਆ, ਫਲੂਐਂਟ ਹੋਣੀ ਚਾਹੀਦੀ ਹੈ ਤੁਹਾਡੀ ਫਲੂਐਂਸੀ। ਐਂਡ ਪ੍ਰੋਨਾਊਂਸੀਏਸ਼ਨ ਕੀ ਆ, ਡਿਸਕ੍ਰਾਈਬ ਇਮੇਜ ਦੇ ਵਿੱਚ ਬਹੁਤ ਮੈਟਰ ਕਰਦੀ ਆ। ਕੰਟੈਂਟ ਕੀ ਆ, ਨਹੀਂ ਮੈਟਰ ਕਰਦਾ। ਆਪਣੀ ਫਲੂਐਂਸੀ 'ਤੇ ਪ੍ਰੋਨਾਊਂਸੀਏਸ਼ਨ 'ਤੇ ਜ਼ਿਆਦਾ ਫੋਕਸ ਕਰੋ, ਕੰਟੈਂਟ 'ਤੇ ਨਾ ਫੋਕਸ ਕਰੋ। ਤੁਹਾਨੂੰ ਮੈਂ ਇੱਕ ਟੈਂਪਲੇਟ ਕੀ ਆ, ਮੇਰੀਆਂ ਆਲਰੇਡੀ ਮੈਂ ਕੀ ਆ YouTube 'ਤੇ ਅਪਲੋਡ ਕੀਤੀਆਂ ਹੋਈਆਂ ਨੇ ਵੀਡੀਓ, ਠੀਕ ਆ। ਉਹਨਾਂ ਦੇ ਵਿੱਚ ਮੈਂ ਟੈਂਪਲੇਟ ਕੀ ਆ ਅਪਲੋਡ ਕੀਤੀ ਹੋਈ ਆ। ਲਾਈਕ ਤੁਸੀਂ ਇੱਕ ਟੈਂਪਲੇਟ ਯੂਜ਼ ਕਰ ਸਕਦੇ ਹੋ, ਲਾਈਕ ਦੀ ਗ੍ਰਾਫ ਗਿਵਸ ਇਨਫੋਰਮੇਸ਼ਨ ਅਬਾਊਟ ਦੀ ਗ੍ਰਾਫ ਗਿਵਸ ਇਨਫੋਰਮੇਸ਼ਨ ਅਬਾਊਟ, ਇੱਥੇ ਤੁਸੀਂ ਆਪਣਾ ਫਸਟ ਕੀਵਰਡ ਯੂਜ਼ ਕਰ ਸਕਦੇ ਹੋ। ਨੈਕਸਟ ਲਾਈਨ, ਦੀ ਫਸਟ ਪੁਆਇੰਟ ਇਜ਼ dash, second point is dash, third point is dash, and the last point is dash। ਮੀਨਸ ਤੁਹਾਡਾ ਇੱਥੇ ਸੈਕਿੰਡ ਕੀਵਰਡ ਆਊਗਾ, ਇੱਥੇ ਤੁਹਾਡਾ ਥਰਡ ਕੀਵਰਡ ਆਊਗਾ, ਇੱਥੇ ਤੁਹਾਡਾ ਕੀ ਲਾਸਟ ਕੀਵਰਡ ਆਊਗਾ। ਆਪਣੀ ਕਾਪੀ 'ਤੇ ਕੀਵਰਡ ਕੀ ਹੈ ਨੋਟ ਡਾਊਨ ਕਰ ਲਿਓ, ਨੋਟਪੈਡ ਮਿਲੂਗਾ ਤੁਹਾਨੂੰ, ਅਤੇ 4 ਕੀਵਰਡਸ ਜੋ ਤੁਹਾਨੂੰ ਡਿਸਕ੍ਰਾਈਬ ਇਮੇਜ ਦੇ ਵਿੱਚ ਬਹੁਤ ਈਜ਼ੀ ਲੱਗਦੇ ਨੇ। ਮੀਨਸ ਕੀ ਆ, ਤੁਹਾਡੇ ਕੀ ਪ੍ਰੋਨਾਊਂਸੀਏਸ਼ਨ ਤੁਹਾਡੀ ਉਹਦੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜੋ ਤੁਸੀਂ ਵਰਡਸ ਨੋਟ ਡਾਊਨ ਕਰੋਗੇ, ਠੀਕ ਹੈ, ਤੁਹਾਨੂੰ ਉਹਦੀ ਪ੍ਰੋਨਾਊਂਸੀਏਸ਼ਨ ਕੀ ਹੈ ਈਜ਼ੀ ਪ੍ਰੋਨਾਊਂਸ ਕਰ ਸਕੋ ਉਹ ਵਰਡ ਨੂੰ, ਉਹੀ ਸਿਲੈਕਟ ਕਰਨਾ, ਉਹੀ ਆਪਣੇ ਕਾਪੀ 'ਤੇ ਨੋਟ ਡਾਊਨ ਕਰਨਾ, ਠੀਕ ਆ, ਉਹਨੂੰ ਹੀ ਬੋਲਣਾ। ਕੋਈ ਟਫ ਵਰਡ ਨਾ ਚੂਜ਼ ਕਰੋ, ਜੇ ਤੁਸੀਂ ਟਫ ਵਰਡ ਯੂਜ਼ ਕਰਦੇ ਹੋ, ਠੀਕ ਹੈ,
ਤੁਹਾਡੀ ਪ੍ਰੋਨਾਊਂਸੀਏਸ਼ਨ 'ਤੇ ਇਫੈਕਟ ਪੈਂਦਾ, ਤੁਹਾਡੀ ਫੰਬਲਿੰਗ ਹੋਣ ਲੱਗ ਜਾਂਦੀ ਹੈ, ਠੀਕ ਹੈ। ਡਬਲ ਕੀਵਰਡਸ ਨਾਲ ਨੋਟ ਕਰੋ, ਕਿਉਂਕਿ ਕੰਟੈਂਟ ਇੰਨਾ ਮੈਟਰ ਨਹੀਂ ਕਰਦਾ ਡਿਸਕ੍ਰਾਈਬ ਇਮੇਜ ਦੇ ਵਿੱਚ, ਠੀਕ ਹੈ। ਸੋ ਕਿ ਜੋ ਈਜ਼ੀ ਵਰਡਸ ਨੇ ਉਹੀ ਚੂਜ਼ ਕਰੋ, ਉਹੀ ਆਪਣੀ ਕਾਪੀ 'ਤੇ 4 ਕੀਵਰਡਸ ਕੀ ਹੈ ਨੋਟ ਡਾਊਨ ਕਰ ਲਓ, ਠੀਕ ਹੈ। ਫਿਰ ਉਹ ਟੈਂਪਲੇਟ ਦੇ ਵਿੱਚ ਕੀ ਆ ਤੁਸੀਂ ਫਿਕਸ ਕਰ ਲਓ, ਕੋਈ ਵੀ ਟੈਂਪਲੇਟ ਯੂਜ਼ ਕਰ ਰਹੇ ਹੋ, ਠੀਕ ਹੈ। ਫਿਰ ਉਹ ਫਿਕਸ ਕਰਕੇ ਤੁਸੀਂ ਫਲੂਐਂਟ ਹੋ ਕੇ ਬੋਲੋ, ਆਪਣੀ ਪ੍ਰੋਨਾਊਂਸੀਏਸ਼ਨ ਕਲੀਅਰ ਰੱਖੋ, ਵਰਡਸ ਦੀ ਕਲੈਰਿਟੀ ਰੱਖੋ, ਠੀਕ ਆ। ਫਿਰ ਤੁਹਾਡੇ ਮਾਰਕਸ ਓਬਵੀਅਸ ਕੀ ਜ਼ਿਆਦਾ ਆਉਣਗੇ, ਠੀਕ ਹੈ। ਜਿੱਦਾਂ ਹੈਗਾ ਦੀ ਗ੍ਰਾਫ ਗਿਵਸ ਇਨਫੋਰਮੇਸ਼ਨ ਅਬਾਊਟ ਡੈਸ਼, ਦੀ ਫਸਟ ਪੁਆਇੰਟ ਇਜ਼ ਡੈਸ਼, ਸੈਕੰਡ ਪੁਆਇੰਟ ਇਜ਼ ਡੈਸ਼, ਥਰਡ ਪੁਆਇੰਟ ਇਜ਼ ਡੈਸ਼ ਐਂਡ ਦੀ ਲਾਸਟ ਪੁਆਇੰਟ ਇਜ਼ ਡੈਸ਼। ਥਰਡ ਦੇ ਵਿੱਚ ਕੀ ਆ ਸੇਮ ਲਾਈਨ ਕੀ ਆ ਰਿਪੀਟ ਕਰ ਦੇਣੀ ਆ, ਸੈਕਿੰਡ ਲਾਈਨ ਨੂੰ ਰਿਪੀਟ ਸੇਮ ਲਾਈਨ, ਠੀਕ ਹੈ। ਲਾਸਟ 'ਤੇ ਤੁਸੀਂ ਕਹਿਣਾ I think my time is up. Thank you very much. ठीक है। The graph gives information about dash. The first point is dash, second point is dash, third point is dash, and the last point is dash. फिर उन्होंने फिर repeat करना. The first point is dash, second point is dash, third point is dash, and the last point is dash. I think my time is up. Thank you very much. ठीक है। जो बोलना ट्राई करना, जिन्ने कई स्टूडेंट की होंगे ने, कई इंस्टीट्यूट कहते हैं भी तुसी 40 सैकेंड्स ही बोलो, इदा कुछ मैटर नहीं करता, ठीक है। 15 सैकेंड्स 20 सैकेंड 25 सैकेंड्स इन्ना तुसी बोल सकते हो, इस तो ज़्यादा ना बोलो। जिन्ने ज़्यादा सैकेंड्स बोलते हो उन्नी थोड़ी फंबलिंग आउण लग जाती, उन्ने थोड़े पॉज आउण लग जाते हैं, जिन्ने पॉज लेने उन्ने थोड़े मार्क्स की घट हो जाते हैं। सो ट्राई करो एटलीस्ट शॉर्ट बोलो, ठीक है, क्लीयर बोलो, फ्लूएंट बोलो, पॉज घट लवो, ठीक है, थोड़े मार्क्स ऑबवियस ज़्यादा होंगे, राइट। जो कई स्टूडेंट्स की करते हैं 40 सैकेंड्स अपनी टैंपलेट किया वो याद रट्टे लगाई होंगे, क्रैमिंग की होंगी, वो किया 40 सैकेंड्स किया उन्होंने किया बोलते नहीं, ठीक है। सो इदा ना करो, ज़्यादा रट्टे लगाने, जो रट्टा लगा लेना ना बहुत ज़्यादा तुम स्पीड अपनी फास्ट रख दो, ठीक है। जो क्रैमिंग होया होंगे वो स्पीड थोड़ी फास्ट चली जाती, क्लैरिटी नहीं आती, थोड़े मार्क्स तां ही कट्टे जाते हैं, ठीक है। जो बोलना क्लीयर बोलो, फ्लूएंट बोलो, ट्राई करोगे तुम घट सैकेंड्स बोलो, ठीक है, थोड़े मार्क्स ऑबवियस ज़्यादा आएंगे, ठीक है। नैक्सट हैगा रीटेल लैक्चर। रीटेल लैक्चर की है, थोड़े मार्क्स की आ 10 मार्क्स का, ठीक है। स्पीकिंग दे विच इन्ने मार्क्स थोड़े की आ लिसनिंग दे विच ऐड होंदे ने। सो ये तुसी टैंपलेट की आ सेम वाली जो डिस्क्राइब इमेज वाली उही यूज़ कर सकते हो, या तुसी अपनी कोई यूज़ कर सकते हो, ठीक है। मीनस ये भी तुसी की आ फ्लूएंट होने चाहिए हो, थोड़ी फ्लुएंसी की आ वधिया होनी चाहिए है, थोड़ी प्रोनाउंसिएशन की आ वधिया होनी चाहिए है, ठीक है। वर्ड्स की क्लैरिटी रखो, प्रोनाउंसिएशन मीनस की आ क्लैरिटी ऑफ वर्ड्स, मीनस जो तुसी बोलना उन्होंने क्लीयर बोलो, पूरा कॉन्फिडेंस रखो, ठीक है, थोड़े मार्क्स ऑबवियस आएंगे, ठीक है। इनू भी तुसी अपना किया ट्राई करो 15 तो 25 सैकेंड्स के बिटवीन ही बोलो, इस तो ज़्यादा ना बोलो, क्योंकि जिन्ना ज़्यादा बोलते हो उन्ने थोड़े किया जिन्ना पॉज आई जाएंगे, ठीक है, फंबलिंग हो जाऊगी, क्लैरिटी थोड़ी की घटी जाऊगी। सो ट्राई करो एटलीस्ट थोड़ा बोलो, जो थोड़ा बोलना उन्होंने 100% फ्लूएंट बोलो, क्लीयर बोलो, पूरा कॉन्फिडेंस के नाल बोलो। जिन्ना ज़्यादा बोलते हो, ठीक है, थोड़े च उन्नी नर्वसनैस भी आई जाती है, थोड़ा एवं होंदा टाइम कवर अप करना वा, तुसी लाइन आपदे कोल होर बोली जाते हो, ठीक है, वो पॉज थोड़ा ब्लू बार थोड़ा अगे जाई जाता, ठीक है, थोड़ी नर्वसनैस जी हो जाती है थोड़ी, ठीक है, तां करके थोड़े मार्क्स के कट्टे जाते हैं। रीटेल लैक्चर विच भी तुसी की अपने कीवर्ड्स उही अपने नोट डाउन करो जो तुहानूं ईजी लगते हैं बोलन दे विच, ठीक है, प्रोनाउंस करने दे विच ईजी लगते हैं, उही नोट डाउन करो। सो ट्राई करो सिंगल कीवर्ड नोट डाउन करो ताकि तुहानूं बोलन दे विच कोई दिक्कत ना होवे, थोड़ी क्लैरिटी ज़्यादा आवे वर्ड्स की, ठीक है। सो सारी स्पीकिंग की है सारा थोड़े कि डिपेंड करते थोड़ी फ्लुएंसी ते थोड़ी प्रोनाउंसिएशन ते, ठीक है। जो जिन्ना भी बोलना तुसी पूरा कॉन्फिडेंस ना बोलो, ठीक है, तुसी नर्वस नहीं होना गा, स्पीकिंग अपनी थोड़ी ऑबवियस वधिया जाऊगी, राइट। लास्ट आंसर शॉर्ट क्वेश्चन हैगे ने वो की है, इन्ने ज़्यादा इंपॉर्टेंट नहीं हैगे, ठीक है, 1 to 2 मार्क्स दे आ स्पीकिंग दे विच, ठीक है।